ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਇਸ ਸਮੇਂ ਲਈ ਕਿ ਨਾਮ ਮੇਰਾ ਜੋਤਾ ਮਸੀਹ ਆ, ਪਿੰਡ ਮੇਰਾ ਸਾਰਚੂਰ ਆ। ਔਰ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਆ ਕਿ ਯਹੋਵਾ ਦੀ ਦਇਆ ਜਿਹੜੀ ਆ ਅਟੁੱਟ ਆ, ਉਹਦਾ ਅਨੁਗ੍ਰਹਿ ਹਰ ਦਿਨ ਨਵਾਂ ਹੁੰਦਾ ਆ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਮੇਰੇ 'ਤੇ ਆਪਣੀ ਦਇਆ ਕੀਤੀ ਆ। ਮੈਂ ਫਤਿਹਗੜ੍ਹ ਤੋਂ ਆਪਣੇ ਘਰ ਆ ਰਹੀ ਸੀ ਇੱਕ ਦਿਨ, ਔਰ ਮੇਰਾ ਐਕਸੀਡੈਂਟ ਹੋ ਗਿਆ ਟਰਾਲੀ ਦੇ ਨਾਲ। ਟਰਾਲੀ ਜਿਹੜੀ ਸੀ ਉਹ ਮੇਰੀ ਸਕੂਟੀ ਦੇ ਉੱਪਰ ਦੀ ਨਿਕਲ ਗਈ, ਪਰ ਪਰਮੇਸ਼ਵਰ ਦੀ ਸੱਚਮੁੱਚ ਪਰਮੇਸ਼ਵਰ ਦੀ ਦਇਆ ਹੀ ਆ ਕਿ ਮੈਂ ਇੱਕ ਸਾਈਡ 'ਤੇ ਡਿੱਗ ਗਈ ਔਰ ਮੇਰੇ ਲੈਗ ਫ੍ਰੈਕਚਰ ਹੋ ਗਿਆ। ਮੇਰਾ ਫੇਸ ਜਿਹੜਾ ਸੀ ਉਹ ਸੜਕ 'ਤੇ ਵੱਜਿਆ, ਪਰ ਪਰਮੇਸ਼ਵਰ ਦਾ ਧੰਨਵਾਦ ਆ ਕਿ ਮੇਰੇ ਫੇਸ 'ਤੇ ਇੱਕ ਵੀ ਖਰੋਚ ਨਹੀਂ ਆਈ। ਉਸ ਟਾਈਮ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋਇਆ, ਕਿਉਂਕਿ ਮੇਰਾ ਫੇਸ ਪੂਰੀ ਤਰ੍ਹਾਂ ਸੜਕ 'ਤੇ ਵੱਜਿਆ ਸੀ। ਜਿੱਦਾਂ ਸਿਰ ਘੁੰਮ ਜਾਂਦਾ ਇੱਦਾਂ ਹੀ ਹੋਇਆ। ਮੈਨੂੰ ਉਸ ਮੂਮੈਂਟ ਇਸ ਤਰ੍ਹਾਂ ਲੱਗਾ ਕਿ ਮੈਂ ਨਹੀਂ ਹਾਂ, ਪਰ ਪਰਮੇਸ਼ਵਰ ਨੇ ਸੱਚਮੁੱਚ ਆਪਣੇ ਵਾਅਦਿਆਂ ਦੇ ਪੱਕੇ ਪਰਮੇਸ਼ਵਰ ਆ। ਉਹਨਾਂ ਨੇ ਆਪਣੀ ਦਇਆ ਨੂੰ ਮੇਰੇ 'ਤੇ ਬਣਾ ਕੇ ਰੱਖਿਆ ਔਰ ਮੇਰੇ ਸਿਰਫ ਲੈਗ ਫ੍ਰੈਕਚਰ ਹੋਇਆ, ਹੋਰ ਕੋਈ ਵੀ ਜਿਹੜੀ ਇੱਕ ਖਰੋਚ ਤੱਕ ਮੇਰੇ ਜਿਹੜੀ ਆ ਬੋਡੀ ਪਾਰਟਸ 'ਤੇ ਨਹੀਂ ਆਉਣ ਦਿੱਤੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਔਰ ਮੇਰੇ ਜਿਹੜੀ ਗੋਡੇ ਦੀ ਚੱਪਣੀ ਸੀ ਉਹ ਬਿਲਕੁਲ ਇੱਕ ਸਾਈਡ 'ਤੇ ਆ ਗਈ ਸੀ ਔਰ ਮੇਰੀ ਲੱਤ ਜਿਹੜੀ ਸੀ ਉਹ ਅਲੱਗ ਹੀ ਸਾਈਡ ਨੂੰ ਚਲ ਗਈ ਸੀ। ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਦਾਂ ਇਹ ਜਿਹੜੀ ਆ ਕਿੱਦਾਂ ਸਹੀ ਹੋਏਗੀ, ਕਿੱਦਾਂ ਸਟ੍ਰੇਟ ਹੋਏਗੀ। ਅਤੇ ਉੱਥੇ ਲੋਕ ਸੀ ਜੋ ਉਹ ਕਹਿ ਰਹੇ ਸੀ ਕਿ ਇਹਨਾਂ ਨੂੰ ਅਮਨਦੀਪ ਹੌਸਪੀਟਲ ਲੈ ਜਾਓ ਜਾਂ ਫਤਿਹਗੜ੍ਹ ਕਿਸੇ ਹੌਸਪੀਟਲ ਲੈ ਜਾਓ, ਔਰ ਕੁਝ ਕਹਿ ਰਹੇ ਸੀ ਕਿ ਇਹਨਾਂ ਨੂੰ ਵਿਰਦੀ ਹੌਸਪੀਟਲ ਅਜਨਾਲਾ ਲੈ ਜਾਓ। ਅਤੇ ਮੈਨੂੰ ਸੁਣ ਕੇ ਹੌਸਪੀਟਲ ਦੇ ਨਾਮ ਹੀ ਸੁਣ ਕੇ ਨਾ ਮੈਨੂੰ ਇੰਨੇ ਚੱਕਰ ਆ ਰਹੇ ਸੀ, ਮੈਨੂੰ ਮਤਲਬ ਡਰ ਲੱਗ ਰਿਹਾ ਸੀ, ਕਿਉਂਕਿ ਮੈਨੂੰ ਹੌਸਪੀਟਲ ਜਾਣਾ ਬਿਲਕੁਲ ਪਸੰਦ ਨਹੀਂ ਆ। ਔਰ ਪਰਮੇਸ਼ਵਰ ਨੂੰ ਮੈਂ ਇਹੀ ਕਹਿ ਰਹੀ ਸੀ, ਮੇਰੇ ਘਰ ਦੇ ਵੀ ਉਸ ਟਾਈਮ ਨਹੀਂ ਸੀ ਆਏ ਕਿ ਮੈਨੂੰ ਥੋੜ੍ਹਾ ਮਤਲਬ ਹੌਸਲਾ ਹੋ ਸਕੇ। ਅਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਆਪਣੇ ਘਰ ਫੋਨ ਕਿਵੇਂ ਕਰਾਂ। ਲੋਕ ਕਹਿ ਰਹੇ ਸੀ ਇਹਦੇ ਘਰ ਦੇ ਨੰਬਰ ਕਿੱਥੇ ਆ ਇੱਦਾਂ। ਫਿਰ ਮਤਲਬ ਥੋੜ੍ਹੇ ਚਿਰ ਬਾਅਦ ਮੇਰੇ ਘਰ ਦੇ ਵੀ ਮੇਰੇ ਬ੍ਰਦਰ ਉਸ ਜਗ੍ਹਾ 'ਤੇ ਆ ਗਏ ਅਤੇ ਉਹ ਮੈਨੂੰ ਹੌਸਪੀਟਲ ਲੈ ਕੇ ਜਾ ਰਹੇ ਸੀ। ਪਰ ਮੈਂ ਹੀ ਪਰਮੇਸ਼ਵਰ ਨੂੰ ਕਹਿ ਰਹੀ ਸੀ ਕਿ ਪਰਮੇਸ਼ਵਰ ਮੈਂ ਹੌਸਪੀਟਲ ਨਹੀਂ ਜਾਣਾ ਚਾਹੁੰਦੀ, ਕਿ ਤੁਸੀਂ ਤਾਂ ਉਹ ਪਰਮੇਸ਼ਵਰ ਹੋ ਜਿਹੜੇ ਲੰਗੜਿਆਂ ਨੂੰ ਚਲਾ ਦਿੰਦੇ ਹੋ, ਤੁਸੀਂ ਉਹ ਪਰਮੇਸ਼ਵਰ ਹੋ ਜੋ ਮੁਰਦਾ ਲਾਜ਼ਰ ਨੂੰ ਜਿੰਦਾ ਕਰ ਦਿੰਦੇ ਹੋ, ਅਤੇ ਤੁਸੀਂ ਮੇਰੇ 'ਤੇ ਵੀ ਆਪਣੀ ਦਇਆ ਨੂੰ ਬਣਾ ਕੇ ਰੱਖੋ। ਮੈਂ ਹੌਸਪੀਟਲ ਨਹੀਂ ਜਾਣਾ ਚਾਹੁੰਦੀ। ਅਤੇ ਮੇਰੇ ਸਿਸਟਰ ਹੀ ਨਾਲ ਇੱਕ ਪਿੰਕੀ, ਉਹਨਾਂ ਨੇ ਪਾਸਟਰ ਗੁਲਸ਼ਨ ਮਸੀਹ ਜੀ ਨੂੰ ਫੋਨ ਕੀਤਾ ਅਤੇ ਮੈਂ ਰੋ ਰਹੀ ਸੀ। ਆਪਾਂ ਵਿਰਦੀ ਹੌਸਪੀਟਲ ਦੇ ਸਾਹਮਣੇ ਸੀ, ਮੈਨੂੰ ਲੈ ਕੇ ਜਾਣ ਵਾਲੇ ਸੀ ਉਸ ਟਾਈਮ ਹੌਸਪੀਟਲ ਦੇ ਅੰਦਰ। ਮੈਨੂੰ ਨਹੀਂ ਪਤਾ ਸੀ ਕਿ ਬਾਹਰ ਕੀ ਹੋ ਰਿਹਾ, ਮੈਂ ਗੱਡੀ ਦੇ ਵਿੱਚ ਸੀ, ਪਰ ਮੈਂ ਰੋ ਰਹੀ ਸੀ ਪਰਮੇਸ਼ਵਰ ਦੇ ਅੱਗੇ। ਅਤੇ ਪਾਸਟਰ ਗੁਲਸ਼ਨ ਜੀ ਦਾ ਫੋਨ ਆਇਆ ਅਤੇ ਉਹਨਾਂ ਨਾਲ ਗੱਲ ਕਰ ਰਹੀ, ਮੈਂ ਇਹੀ ਕਹਿ ਰਹੀ ਕਿ ਵੀਰ ਜੀ ਮੈਂ ਹੌਸਪੀਟਲ ਨਹੀਂ ਜਾਣਾ ਚਾਹੁੰਦੀ। ਅਤੇ ਉਹ ਮੈਨੂੰ ਇਹੀ ਕਹਿ ਰਹੇ ਸੀ ਕਿ ਤੂੰ ਕਹਿ ਦਿੱਤਾ ਕਿ ਤੂੰ ਹੌਸਪੀਟਲ ਨਹੀਂ ਜਾਣਾ ਚਾਹੁੰਦੀ ਅਤੇ ਪਰਮੇਸ਼ਵਰ ਨੇ ਆਪਣੀ ਬੱਚੀ ਦੇ ਆਵਾਜ਼ ਨੂੰ ਸੁਣ ਲਿਆ ਆ, ਤੂੰ ਨਹੀਂ ਜਾਏਂਗੀ। ਮੈਂ ਇਹੀ ਕਹਿ ਰਹੀ ਸੀ ਮੇਰੇ ਸੱਟ ਜ਼ਿਆਦਾ ਨਹੀਂ ਆ, ਮੇਰੇ ਘੱਟ ਆ, ਮੈਂ ਨਹੀਂ ਜਾਊਂਗੀ ਹੌਸਪੀਟਲ। ਤਾਂ ਕਹਿ ਰਹੇ ਹਾਂ ਤੇਰੇ ਜਿਹੜੀ ਸੱਟ ਆ ਉਹ ਘੱਟ ਆ, ਤੂੰ ਨਹੀਂ ਜਾਏਂਗੀ। ਅਤੇ ਮੈਂ ਉਸੇ ਟਾਈਮ ਪਰਮੇਸ਼ਵਰ ਦੇ ਦਾਸ ਦੇ ਸ਼ਬਦਾਂ ਨੂੰ ਰਿਸੀਵ ਕੀਤਾ। ਮੈਂ ਕਿਹਾ ਸੱਚਮੁੱਚ ਪਰਮੇਸ਼ਵਰ ਆਪਣੇ ਦਾਸਾਂ ਦੇ ਵਿੱਚ ਵਾਸ ਕਰਦੇ ਆ, ਮੈਂ ਹੌਸਪੀਟਲ ਨਹੀਂ ਜਾਊਂਗੀ। ਔਰ ਪਰਮੇਸ਼ਵਰ ਦੀ ਐਸੀ ਦਇਆ ਹੋਈ ਕਿ ਉਹ ਕਹਿ ਰਹੇ ਸੀ ਕਿ ਇਹ ਹੌਸਪੀਟਲ ਬੰਦ ਹੋ ਚੁੱਕਾ ਆ, ਕੱਲ੍ਹ ਹੀ ਇਹ ਜਿਹੜਾ ਹੌਸਪੀਟਲ ਹੈ ਸ਼ਿਫਟ ਹੋ ਗਿਆ ਅੰਮ੍ਰਿਤਸਰ, ਅਤੇ ਤੁਸੀਂ ਅੰਮ੍ਰਿਤਸਰ ਲੈ ਜਾਓ। ਅਤੇ ਮੈਂ ਤਾਂ ਵੀ ਰੋ ਰਹੀ ਸੀ ਕਿ ਮੈਂ ਨਹੀਂ ਜਾਣਾ ਹੌਸਪੀਟਲ। ਫਿਰ ਮੇਰੇ ਇੱਕ ਕਜ਼ਨ ਬ੍ਰਦਰ ਆ ਅਤੇ ਉਹ ਕਹਿੰਦੇ ਕਿ ਇੱਥੇ ਇੱਕ ਹੋਰ ਕਲੀਨਿਕ ਆ ਛੋਟਾ ਜਿਹਾ, ਹੱਡੀਆਂ ਦਾ ਕੰਮ ਕਰਦੇ ਆ ਡਾਕਟਰ, ਤਾਂ ਅਸੀਂ ਉਹਨਾਂ ਕੋਲ ਲੈ ਕੇ ਜਾਂਦੇ ਹਾਂ। ਜਦੋਂ ਮੈਨੂੰ ਉਹਨਾਂ ਕੋਲ ਲੈ ਕੇ ਗਏ ਅਤੇ ਪਰਮੇਸ਼ਵਰ ਦੀ ਐਸੀ ਦਇਆ ਹੋਈ ਕਿ ਉਹਨਾਂ ਨੇ ਮੈਨੂੰ ਬੈੱਡ 'ਤੇ ਜਦੋਂ ਜਾ ਕੇ ਪਾਇਆ ਅਤੇ ਚੱਪਣੀ ਆਪਣੀ ਜਗ੍ਹਾ 'ਤੇ ਆ ਗਈ ਅਤੇ ਉਹਨਾਂ ਨੇ ਐਕਸਰਾ ਵਗੈਰਾ ਕੀਤਾ ਅਤੇ ਮੇਰੇ ਜਿਹੜੇ ਆ 2 ਲੈਗ ਫ੍ਰੈਕਚਰ ਹੋਈਆਂ ਸੀ, 2 ਜਿਹੜੀਆਂ ਆ ਬੋਨਸ ਮੇਰੀਆਂ ਫ੍ਰੈਕਚਰ ਹੋਈਆਂ ਸੀ। ਅਤੇ ਮੈਂ ਕਹਿ ਰਹੀ ਸੀ ਕਿ ਮੈਂ ਇਸ ਜਗ੍ਹਾ 'ਤੇ ਨਹੀਂ ਰਹਿਣਾ, ਅਤੇ ਉਹ ਹੀ ਕਹਿ ਰਹੇ ਸੀ ਕਿ ਨਹੀਂ ਤੁਹਾਨੂੰ ਆਪਾਂ ਨਹੀਂ ਰੱਖਾਂਗੇ। ਮੈਂ ਪਰਮੇਸ਼ਵਰ ਦਾ ਉਸ ਟਾਈਮ ਹੀ ਧੰਨਵਾਦ ਕਰੀ ਕਿ ਪਰਮੇਸ਼ਵਰ ਤੁਹਾਡਾ ਧੰਨਵਾਦ ਹੈ, ਮੈਂ ਹੌਸਪੀਟਲ 'ਚ ਨਹੀਂ ਰਹਿਣਾ ਚਾਹੁੰਦੀ ਸੀ ਔਰ ਤੁਸੀਂ ਮੈਨੂੰ ਉਸ ਹੌਸਪੀਟਲ 'ਚ ਨਹੀਂ ਰਹਿਣ ਦਿੱਤਾ। ਮੈਂ ਤੁਹਾਡਾ ਲੱਖਾਂ ਹਜ਼ਾਰਾਂ ਅਰਬਾਂ ਖਰਬਾਂ ਵਾਰ ਧੰਨਵਾਦ ਕਰਦੀ ਹਾਂ। ਅਤੇ ਉਹਦੇ ਬਾਅਦ ਹੋਰ ਵੀ ਬਹੁਤ ਸਾਰੀ ਮਤਲਬ ਟੈਨਸ਼ਨ ਸੀ, ਕਿਉਂਕਿ ਜਿਹੜੀ ਸਕੂਟੀ ਸੀ ਮੇਰੇ ਕੋਲ, ਜਿਹੜੀ ਸਕੂਟੀ ਮੈਂ ਚਲਾ ਰਹੀ ਸੀ ਮੇਰੀ ਖੁਦ ਦੀ ਨਹੀਂ ਸੀ। ਜਿਸ ਆਫਿਸ 'ਚ ਮੈਂ ਕੰਮ ਕਰਦੀ ਹਾਂ ਉਸ ਆਫਿਸ ਦੀ ਸਕੂਟੀ ਸੀ, ਔਰ ਉਹ ਸਕੂਟੀ ਦੇ ਉੱਤੇ ਟਰਾਲੀ ਦਾ ਟਾਇਰ ਜਿਹੜਾ ਸੀ ਚੜ੍ਹ ਗਿਆ ਸੀ ਔਰ ਸਕੂਟੀ ਜਿਹੜੀ ਸੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਸੀ, ਮਤਲਬ ਪੂਰੀ ਤਰ੍ਹਾਂ ਕਬਾੜ ਹੋ ਚੁੱਕੀ ਸੀ, ਉਹਦਾ ਕੁਝ ਵੀ ਸਹੀ ਨਹੀਂ ਹੋ ਸਕਦਾ। ਔਰ ਮੈਨੂੰ
ਮੇਰਾ ਆਪਣੇ ਵੱਲੋਂ ਚਿੰਤਾ ਘੱਟ ਕੇ ਉਹ ਸਕੂਟੀ ਵੱਲ ਜਾ ਚੁੱਕੀ ਸੀ, ਕਿਉਂਕਿ ਮੇਰੀ ਜਿਹੜੀ ਫੈਮਿਲੀ ਦੀ ਫਾਈਨੈਂਸ਼ੀਅਲ ਕੰਡੀਸ਼ਨ ਆ ਉਹ ਵੀ ਬਹੁਤ ਜ਼ਿਆਦਾ ਮਤਲਬ ਕਹਿ ਸਕਦੇ ਸਹੀ ਨਹੀਂ ਸੀ ਉਸ ਟਾਈਮ। ਤੇ ਮਤਲਬ ਮੈਂ ਸੋਚ ਰਹੀ ਸੀ ਕਿ ਕਿੱਦਾਂ ਹੋਏਗਾ। ਤੇ ਫਿਰ ਪਰਮੇਸ਼ਵਰ ਦੇ, ਜਿੱਦਾਂ ਮੈਂ ਦੱਸਿਆ ਕਿ ਬੋਰਨ ਕ੍ਰਿਸਚਨ ਆ, ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਜੜ੍ਹਾਂ ਮਜ਼ਬੂਤ ਆ। ਤੇ ਪਰਮੇਸ਼ਵਰ ਨੇ ਆਪਣੇ ਵਚਨ ਦੇ ਦੁਆਰਾ ਗੱਲ ਕੀਤੀ ਕਿ ਪਾਤਸ਼ਾਹ ਦਾ ਮਨ ਜਿਹੜਾ ਉਹ ਯਹੋਵਾ ਦੇ ਹੱਥ ਵਿੱਚ ਆ, ਉਹ ਪਾਣੀ ਦੀਆਂ ਖਾਲਾਂ ਵਾਂਗਰ ਆ, ਉਹ ਜਿੱਧਰ ਨੂੰ ਚਾਹੁੰਦਾ ਵਹਾ ਦਿੰਦਾ ਆ। ਤੇ ਮੈਂ ਮਤਲਬ ਪਾਸਟਰ ਜੀ ਨੂੰ ਵੀ ਫੋਨ ਕੀਤਾ, ਮੈਂ ਕਿਹਾ ਵੀਰ ਜੀ ਪ੍ਰਾਰਥਨਾ ਕਰਿਓ, ਮਤਲਬ ਕਿ ਮੇਰੇ ਆਫਿਸ ਵਾਲੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਆ ਕਿ ਤੁਹਾਨੂੰ ਪੈਸੇ ਪੇ ਕਰਨੇ ਪੈਣਗੇ ਔਰ ਮੈਂ ਨਹੀਂ ਕਰ ਸਕਦੀ, ਤੁਸੀਂ ਤੇ ਜਾਣਦੇ ਹੋ ਸਾਡੀ ਕੰਡੀਸ਼ਨ ਨੂੰ। ਤਾਂ ਕਹਿ ਰਹੇ ਕਿ ਤੇਰੇ ਲਈ ਜਦੋਂ ਦਾ ਐਕਸੀਡੈਂਟ ਹੋਇਆ ਆ ਉਦੋਂ ਦੀ ਪ੍ਰਾਰਥਨਾ ਚੱਲ ਰਹੀ ਆ ਇਸ ਚੀਜ਼ ਲਈ, ਤੇਰੇ ਲਈ ਵੀ, ਔਰ ਮਤਲਬ ਕਿ ਪਾਤਸ਼ਾਹ ਦਾ ਮਨ ਪਰਮੇਸ਼ਵਰ ਦੇ ਹੱਥ ਵਿੱਚ ਹੀ ਰਹੇ ਇਸ ਚੀਜ਼ ਲਈ ਵੀ। ਔਰ ਸੱਚਮੁੱਚ ਪਰਮੇਸ਼ਵਰ ਆਪਣੇ ਵਾਅਦਿਆਂ ਦੇ ਪੱਕੇ ਪਰਮੇਸ਼ਵਰ ਆ। ਚਾਹੇ ਹੀ ਬਹੁਤ ਸਾਰੀਆਂ ਰਿਊਮਰਸ ਸੁਣਨ ਨੂੰ ਮਿਲ ਰਹੀਆਂ ਹੁਣ ਕਿ ਇੱਦਾਂ ਬੋਲ ਰਿਹਾ ਉੱਦਾਂ ਬੋਲ ਰਿਹਾ, ਪਰ ਪਰਮੇਸ਼ਵਰ ਨੇ ਉਸ ਪਾਤਸ਼ਾਹ ਦੇ ਮਨ ਨੂੰ ਆਪਣੇ ਹੱਥ ਵਿੱਚ ਲਿਆ। ਕੁਝ ਦਿਨ ਬਾਅਦ ਹੀ ਉਹ ਸਾਡੇ ਘਰੋਂ ਆਪਣੀ ਸਕੂਟੀ ਨੂੰ ਬਿਨਾਂ ਕੁਝ ਬੋਲੇ ਵਾਪਸ ਲੈ ਗਏ ਔਰ ਮੇਰਾ ਪਤਾ ਮੇਰੇ ਘਰ ਵੀ ਲੈਣ ਆਏ। ਔਰ ਇੱਥੋਂ ਤੱਕ ਕਿ ਮਤਲਬ ਕੁਝ ਹੈਲਪ ਵੀ, ਫਾਈਨੈਂਸ਼ੀਅਲ ਹੈਲਪ ਵੀ ਉਹਨਾਂ ਨੇ ਕੀਤੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਇਸ ਦੇ ਦੁਆਰਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਰਮੇਸ਼ਵਰ ਮੇਰੇ ਪ੍ਰਤੀ, ਮੇਰੇ ਪਰਿਵਾਰ ਦੇ ਪ੍ਰਤੀ ਵਫਾਦਾਰ ਬਣੇ ਰਹੇ। ਔਰ ਕਿਉਂ ਬਣੇ ਰਹੇ? ਕਿਉਂਕਿ ਮੈਂ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ, ਮੇਰਾ ਪਰਿਵਾਰ ਔਰ ਪਰਮੇਸ਼ਵਰ ਦੇ ਦਾਸਾਂ ਦੇ ਦੁਆਵਾਂ ਦੇ ਪ੍ਰਤੀ ਪਰਮੇਸ਼ਵਰ ਨੇ ਉਹ ਸਾਰਾ ਕੁਝ ਜਿਹੜਾ ਆਪਣੇ ਹੱਥ ਵਿੱਚ ਲਿਆ ਔਰ ਸਭ ਕੁਝ ਸਹੀ ਹੋਇਆ। ਇੱਥੋਂ ਤੱਕ ਕਿ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਜਿਹੜੇ ਮੇਰੇ ਖਿਲਾਫ ਕਹਿ ਸਕਦੇ ਆ ਕਿ ਉਹਨਾਂ ਦਾ ਨੁਕਸਾਨ ਹੋਇਆ ਸੀ, ਸੋ ਬੋਲ ਸਕਦੇ ਹੀ, ਪਰ ਪਰਮੇਸ਼ਵਰ ਨੇ ਉਹਨਾਂ ਦੇ ਮਨ ਵਿੱਚ ਇਹ ਵੀ ਪਾਇਆ ਕਿ ਇਸ ਕੁੜੀ ਨੂੰ ਘਰ ਲਈ ਕੰਮ ਭੇਜਣਾ ਚਾਹੀਦਾ ਆ ਕਿ ਤਾਂ ਕਿ ਇਹਦਾ ਜਿਹੜਾ ਆ ਕੁਝ ਖਰਚਾ ਚੱਲਦਾ ਜਾਏ, ਇਹਦਾ ਮੈਡੀਸਿਨਸ ਵਗੈਰਾ ਦਾ। ਤੇ ਉਹ ਮੈਨੂੰ ਵਰਕ ਫਰੋਮ ਹੋਮ ਭੇਜ ਦਿੰਦੇ ਸੀ ਔਰ ਮੈਂ ਆਪਣੇ ਘਰ ਤੋਂ ਕੰਮ ਕਰਕੇ ਭੇਜਦੀ ਸੀ। ਇਸ ਤਰ੍ਹਾਂ ਜਿਹੜੀ ਆ ਮੇਰੀ ਸੈਲਰੀ ਰੁਕੀ ਨਹੀਂ, ਮੇਰੀ ਸੈਲਰੀ ਵੀ ਚੱਲਦੀ ਰਹੀ। ਪਰਮੇਸ਼ਵਰ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਸੱਚਮੁੱਚ ਆਪਣੀ ਵਫਾਦਾਰੀ ਨੂੰ ਮੇਰੇ ਪ੍ਰਤੀ ਬਣਾਏ ਰੱਖਿਆ, ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਆ ਕਿ ਧਰਮੀ 7 ਵਾਰੀ ਡਿੱਗਦਾ ਆ ਪਰ ਉਹ ਡਿੱਗਿਆ ਨਹੀਂ ਰਹਿੰਦਾ। ਡਿੱਗਦਾ ਮੈਂ ਪਰਮੇਸ਼ਵਰ ਦੇ ਵਚਨ 'ਚ ਉਹ ਸਿੱਖਿਆ ਕਿ ਡਿੱਗਦਾ ਉਹ ਉਦੋਂ ਨਹੀਂ ਆ ਜਦੋਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਬਣਿਆ ਰਹਿੰਦਾ ਆ। ਔਰ ਪਰਮੇਸ਼ਵਰ ਆਪਣੇ ਵਚਨ ਦੇ ਵਿੱਚੋਂ ਸਿਖਾ ਰਹੇ ਸੀ ਕਿ ਤੁਹਾਨੂੰ ਮਨੁੱਖ ਜਿਹੜਾ ਉਹਦੇ ਵਿੱਚ ਪਨਾਹ ਲੈਂਦਾ ਆ, ਚੱਖੋ ਵੇਖੋ ਯਹੋਵਾ ਭਲਾ ਆ, ਤੇ ਤੁਹਾਨੂੰ ਜਿਹੜੇ ਉਹਦੇ ਵਿੱਚ ਪਨਾਹ ਲੈਂਦੇ ਆ। ਅਸੀਂ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਪਨਾਹ ਲਈ ਤੇ ਸੱਚਮੁੱਚ ਪਰਮੇਸ਼ਵਰ ਨੇ ਦੁੱਖ ਦੇ ਸਮਿਆਂ ਦੇ ਵਿੱਚ ਸਾਨੂੰ ਆਪਣੇ ਖੰਭਾਂ ਦੇ ਵਿੱਚ ਛੁਪਾ ਕੇ ਰੱਖਿਆ। ਕਿਉਂਕਿ ਮੈਂ ਸੋਚ ਰਹੀ ਸੀ ਕਿ ਮੇਰੇ ਪੇਰੈਂਟਸ ਜਿਹੜੇ ਆ ਉਹ ਮੇਰੀ ਦਵਾਈਆਂ ਦਾ ਜਾਂ ਮੇਰੇ ਫ੍ਰੈਕਚਰ ਜੋ ਵੀ ਐਕਸਪੈਂਸ ਸੀ ਉਹਨਾਂ ਨੂੰ ਚੁੱਕਣਗੇ ਜਾਂ ਫਿਰ ਆਪਾਂ ਸਕੂਟੀ ਦਾ ਖਰਚਾ ਦੇਵਾਂਗੇ। ਬਹੁਤ ਹੀ ਜ਼ਿਆਦਾ ਚਿੰਤਾ ਸੀ, ਪਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿੱਦਾਂ ਉਹਨਾਂ ਨੇ ਕਿਹਾ ਆ ਕਿ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੁੱਟ ਦੇ, ਪਰਮੇਸ਼ਵਰ ਦੇ ਉੱਤੇ ਸੁੱਟੀ ਤੇ ਪਰਮੇਸ਼ਵਰ ਨੇ ਉਸ ਬੋਝ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸਾਰਾ ਕੁਝ ਸਹੀ ਕੀਤਾ। ਮੈਂ ਪਰਮੇਸ਼ਵਰ ਦੇ ਦਾਸ ਪਾਸਟਰ ਗੁਲਸ਼ਨ ਮਸੀਹ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਖਾਸ ਕਰਕੇ ਮੈਂ ਸਾਰਚੂਰ ਪਿੰਡ ਦੀ ਕਲੀਸਿਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਵੀ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਯਾਦ ਰੱਖਿਆ। ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ ਕਰਨੀ ਹੈ। ਔਰ ਪਰਮੇਸ਼ਵਰ ਦਾ ਵੀ ਤਹਿ ਦਿਲ ਤੋਂ, ਮੇਰੇ ਸ਼ਬਦ ਬਹੁਤ ਘੱਟ ਆ ਜੋ ਪਰਮੇਸ਼ਵਰ ਦੀ ਮਹਿਮਾ ਦੇ ਲਈ ਮੈਂ ਵਰਤ ਰਹੀ ਹਾਂ, ਪਰਮੇਸ਼ਵਰ ਨੂੰ ਧੰਨਵਾਦ ਦੇ ਰਹੀ ਹਾਂ, ਕਿਉਂਕਿ ਪਰਮੇਸ਼ਵਰ ਜਿਹੜੇ ਆ ਆਲਮਾਈਟੀ ਆ ਔਰ ਸਾਡੇ ਸ਼ਬਦ ਪਰਮੇਸ਼ਵਰ ਦੇ ਅੱਗੇ ਬਹੁਤ ਘੱਟ ਆ। ਮੈਂ ਤਹਿ ਦਿਲ ਤੋਂ ਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।